ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 1। ਹਾਂਜੀ, ਜਿਹੜੇ ਵੀ ਸਟੂਡੈਂਟ ਪੰਜਾਬ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਅਸੀਂ ਉਹਨਾਂ ਦੀਆਂ ਕਲਾਸਿਸ ਸਟਾਰਟ ਕਰ ਦਿੱਤੀਆਂ ਨੇ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹ ਡਿਮਾਂਡ ਕਰ ਰਹੇ ਸੀ ਕਿ ਪੰਜਾਬ ਪਟਵਾਰੀ ਦੀਆਂ ਵੀ ਕਲਾਸਾਂ ਸ਼ੁਰੂ ਕੀਤੀਆਂ ਜਾਣ। ਤਾਂ ਅੱਜ ਆਪਾਂ ਤੁਹਾਡੀਆਂ ਕਲਾਸਿਸ ਆ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ। ਹਾਂਜੀ, ਜਿਹੜੇ ਸਟੂਡੈਂਟਸ ਪੰਜਾਬ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਕਿੱਥੋਂ ਸ਼ੁਰੂ ਕਰੋ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਸਿਲੇਬਸ ਆ ਉਹ ਓਪਨ ਕਰੋ। ਜਿਵੇਂ ਮੈਂ ਵੀ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਹਾਂ ਤੁਹਾਡਾ ਸਿਲੇਬਸ, ਤੇ ਤੁਸੀਂ ਤੁਹਾਡਾ ਸਿਲੇਬਸ ਮੈਂ ਤੁਹਾਡੇ ਸਾਹਮਣੇ ਓਪਨ ਕਰ ਲਿਆ ਹੈ। ਪੰਜਾਬ ਪਟਵਾਰੀ ਦਾ ਪੇਪਰ A ਤੁਹਾਡਾ ਹੋਣਾ ਹੈ 50 ਨੰਬਰ ਦਾ, ਜਿਸ ਦੀਆਂ ਕਲਾਸਿਸ ਅਸੀਂ ਆਲਰੇਡੀ ਲਗਾ ਰਹੇ ਹਾਂ, ਕਿਉਂਕਿ ਤੁਹਾਡਾ ਜਿਹੜਾ ਪੇਪਰ ਆਲਮੋਸਟ ਹਰੇਕ ਜੌਬ ਦਾ ਸਿਲੇਬਸ ਆ ਜਿਹੜਾ ਉਹ ਸੇਮ ਆ ਪੇਪਰ A ਦਾ ਪੰਜਾਬੀ ਐਲੀਜੀਬਿਲਿਟੀ ਟੈਸਟ। ਠੀਕ ਹੈ, ਤੇ ਪੇਪਰ B ਦਾ ਸਿਲੇਬਸ ਤੁਹਾਡੇ ਲਈ ਜੋ ਮੈਂ ਤੁਹਾਨੂੰ ਦਿਖਾਉਣ ਵਾਲੀ ਆ ਪੇਪਰ ਮੇਨ, ਤੇ ਉਹਦੇ ਵਿੱਚ ਤੁਹਾਡਾ ਫਰਸਟ ਟੌਪਿਕ ਆ ਪੋਲੀਟੀਕਲ ਇਸ਼ੂ, ਜਿਸ ਦੇ ਨਾਲ ਰਿਲੇਟਡ ਅਸੀਂ ਕਲਾਸਿਸ ਸਟਾਰਟ ਕਰ ਦਿੱਤੀਆਂ ਨੇ। ਟੋਟਲ 4 ਜਾਂ 5 ਪਾਰਟਸ ਦੇ ਵਿੱਚ ਆਪਾਂ ਤੁਹਾਡਾ ਪੋਲੀਟੀਕਲ ਇਸ਼ੂਜ਼ ਟੌਪਿਕ ਖਤਮ ਕਰ ਦੇਣਾ। ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਤਿਆਰੀ ਕਿਵੇਂ ਕਰਨੀ ਆ, ਕਿੱਥੋਂ ਸ਼ੁਰੂ ਕਰਨੀ ਆ, ਤਾਂ ਆਪਣਾ ਸਿਲੇਬਸ ਉਠਾਓ। ਜੇਕਰ ਸਿਲੇਬਸ ਨਹੀਂ ਗਾ ਤਾਂ ਕਾਪੀ ਪੈਨ ਉਠਾ ਕੇ ਲਿਖ ਲਓ ਨਾਲ। ਠੀਕ ਹੈ, ਤਾਂ ਫਸਟ ਟੌਪਿਕ ਤੁਸੀਂ ਆਪਣਾ ਸ਼ੁਰੂ ਕਰੋ ਪੋਲੀਟੀਕਲ ਇਸ਼ੂ। ਜ਼ਰੂਰੀ ਨਹੀਂ ਮੇਰੇ ਚੈਨਲ ਤੋਂ ਹੀ ਕਰਨਾ, ਜਿੱਥੋਂ ਵੀ ਤੁਹਾਨੂੰ ਸਮਝ ਆਉਂਦੀ ਆ ਤੁਸੀਂ ਕਿਤੋਂ ਵੀ ਕਰ ਸਕਦੇ ਹੋ। ਠੀਕ ਹੈ, ਫਸਟ ਟੌਪਿਕ ਕਵਰ ਕਰੋ। ਜਿਵੇਂ ਹੀ ਤੁਹਾਡਾ ਕਵਰ ਹੋ ਗਿਆ ਟੌਪਿਕ, ਨਾਲ ਹੀ ਤੁਸੀਂ ਸੈਕਿੰਡ ਟੌਪਿਕ ਸ਼ੁਰੂ ਕਰ ਲਓ ਇਨਵਾਇਰਨਮੈਂਟ ਇਸ਼ੂਜ਼। ਜੋ ਵੀ ਐਕਸਟਰਾ ਫੈਕਟ ਤੁਹਾਨੂੰ ਲੱਗਦਾ ਵਾ, ਤੁਹਾਨੂੰ ਵੈਸੇ ਸਟੂਡੈਂਟਸ ਇੰਨਾ ਤਾਂ ਸਾਨੂੰ ਪਤਾ ਹੀ ਹੁੰਦਾ ਕਿ ਕਿਹੜਾ MCQ ਜ਼ਿਆਦਾ ਇੰਪੋਰਟੈਂਟ ਆ। ਜਿਹੜੇ ਸਟੂਡੈਂਟਸ ਨੇ ਦੂਸਰੀ ਵਾਰ ਪੇਪਰ ਦੇਣਾ ਤਾਂ ਉਹ ਵੀ ਸਮਝਦੇ ਹੋਣਗੇ। ਠੀਕ ਹੈ, ਤਾਂ ਉਹ ਫੈਕਟ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਓ। ਪੋਲੀਟੀਕਲ ਇਸ਼ੂ ਨੂੰ ਅਲੱਗ ਜਿਵੇਂ 4 ਕਾਪੀ ਲਗਾ ਲਓ, ਫਿਰ ਉਹਦਾ ਹਾਫ ਪਾਰਟ ਇਨਵਾਇਰਨਮੈਂਟ ਇਸ਼ੂ ਨੂੰ ਲਗਾ ਲਓ। ਠੀਕ ਹੈ, ਕਰੰਟ ਅਫੇਅਰ ਦੇ ਜੋ ਇੰਪੋਰਟੈਂਟ MCQ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਹੁੰਦੀ ਹਾਂ ਕਿ ਕਿਹੜੇ ਕਿਹੜੇ ਇੰਪੋਰਟੈਂਟ ਆ, ਅਸੀਂ ਮੰਥਲੀ ਵੀ ਕਵਰ ਕਰਦੇ ਹਾਂ। ਠੀਕ ਹੈ, ਇੱਦਾਂ ਤੁਸੀਂ ਟੌਪਿਕ ਕਵਰ ਕਰਦੇ ਜਾਣਾ। ਕਰੰਟ ਅਫੇਅਰ ਦਾ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਕਰੰਟ ਅਫੇਅਰ ਤੁਸੀਂ ਡੇਲੀ ਅਟੈਂਪਟ ਕਰੋ। ਉਸ ਤੋਂ ਬਾਅਦ ਲਾਸਟ ਤੇ ਤੁਹਾਡੇ ਪੇਪਰ ਦੇ ਨੀਅਰ ਜਾ ਕੇ ਮੈਂ ਤੁਹਾਨੂੰ ਇਕੱਠੀ ਕਰੰਟ ਅਫੇਅਰ ਦਊਂਗੀ ਇੰਪੋਰਟੈਂਟ MCQ ਦੀ, ਤੇ ਤੁਸੀਂ ਉਹਨੂੰ ਹੀ ਪੜ੍ਹ ਲੈਣਾ। ਉਹ ਯਕੀਨ ਮੰਨਿਓ ਉਹਦੇ ਤੋਂ ਹੀ ਪੇਪਰ ਆਊਗਾ। ਤਾਂ ਸਾਇੰਸ ਐਂਡ ਟੈਕਨੋਲੋਜੀ ਹੈ ਜਿਹੜੀ, ਇਹ ਵੀ ਆਪਾਂ ਜਦੋਂ ਤੁਹਾਡਾ ਟੌਪਿਕ ਕਵਰ ਹੋ ਗਿਆ ਤਾਂ ਤੁਸੀਂ ਅਗਲਾ ਟੌਪਿਕ ਸ਼ੁਰੂ ਕਰ ਦੇਣਾ। ਇੱਦਾਂ ਤੁਸੀਂ ਟੌਪਿਕ ਵਾਈਜ਼ ਪੜ੍ਹੋਗੇ ਨਾ ਤਾਂ ਤੁਹਾਨੂੰ ਕੋਈ ਵੀ ਕਿਸਮਤ ਵੀ ਨਹੀਂ ਰੋਕ ਸਕਦੀ ਤੁਹਾਡੀ ਨਾ ਪਾਸ ਹੋਣ ਤੋਂ। ਠੀਕ ਹੈ, ਤਾਂ ਪੱਕਾ ਹੀ ਆ ਕਿ ਤੁਸੀਂ, ਮੈਂ ਲਿਖ ਕੇ ਦਿੰਦੀ ਹਾਂ ਕਿ ਪਾਸ ਹੋਵੋਗੇ ਜੇਕਰ ਤੁਸੀਂ ਟੌਪਿਕ ਵਾਈਜ਼ ਪੜ੍ਹਦੇ ਹੋ। ਠੀਕ ਹੈ ਜੀ, ਤਾਂ ਜਿਹੜਾ ਸਿਲੇਬਸ ਆ ਆਪਾਂ ਸਾਰਾ ਹੀ ਕਵਰ ਕਰਾਂਗੇ। ਤੁਹਾਡਾ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਅੱਜ ਦੀ ਇਹ ਕਲਾਸ ਆਪਣੀ ਸ਼ੁਰੂ ਕਰਦੇ ਹਾਂ। ਜੇਕਰ ਤੁਹਾਨੂੰ ਕਲਾਸ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਬਸ ਉਸ ਤੋਂ ਪਹਿਲਾਂ ਤੁਸੀਂ 5 ਮਿੰਟ ਜ਼ਰੂਰ ਦਿਓ ਤਾਂ ਜੋ ਤੁਹਾਨੂੰ ਭਾਰਤੀ ਸੰਵਿਧਾਨ ਬਾਰੇ ਥੋੜਾ ਪਤਾ ਚੱਲ ਸਕੇ। ਠੀਕ ਹੈ, ਦੇਖੋ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਉਸ ਸਮੇਂ ਇੰਗਲੈਂਡ ਦਾ ਬਹੁਤ ਨੁਕਸਾਨ ਹੋਇਆ। ਜਰਮਨੀ ਨੇ ਲੰਡਨ ਉੱਪਰ ਲਗਾਤਾਰ 15 ਦਿਨ 15 ਰਾਤ ਬਿਨਾਂ ਰੁਕੇ ਬੰਬ ਸੁੱਟੇ ਸੀ। ਇੰਗਲੈਂਡ ਨੂੰ ਪੂਰੀ ਤਰ੍ਹਾਂ ਧੋ ਦਿੱਤਾ। ਇੰਗਲੈਂਡ ਦੀ ਦੁਨੀਆ ਯੁੱਧ ਤੋਂ ਪੂਰੀ ਦੁਖੀ ਹੋ ਗਈ ਤੇ ਉੱਥੇ ਦੇ ਪ੍ਰਧਾਨ ਮੰਤਰੀ ਸੀ ਵਿਨਸਟਨ ਚਰਚਿਲ। ਠੀਕ ਹੈ, ਤੇ ਦੂਜੇ ਪਾਸੇ ਸੀ ਲੇਬਰ ਪਾਰਟੀ, ਜਿਸ ਦੇ ਨੇਤਾ ਸੀਗੇ ਕਲਾਈਮੇਟ ਐਂਟਲੀ। ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਭਾਰਤ ਨੂੰ ਸੁਤੰਤਰ ਕਰ ਦੇਵਾਂਗੇ। ਜਿਵੇਂ ਕਿ ਤੁਹਾਨੂੰ ਪਤਾ 1857 ਦਾ ਵਿਦਰੋਹ ਵੀ ਹੋਇਆ ਸੀ। ਠੀਕ ਹੈ, ਤਾਂ ਉਸ ਤੋਂ ਪਹਿਲਾਂ ਦੇਖੋ ਕਿੰਨੇ ਵਿਦਰੋਹ ਹੋ ਰਹੇ ਸੀਗੇ, ਜਾਨੀ ਕਿ ਇਹਦਾ ਮੇਨ ਕਾਰਨ ਕੀ ਸੀ ਕਿ ਅੰਗਰੇਜ਼ ਸੀ। ਅੰਗਰੇਜ਼ ਆ ਜਿਹੜੇ ਭਾਰਤ ਉੱਤੇ ਆਪਣਾ ਹੱਕ ਆਪਦੇ ਪੈਰ ਅਜ਼ਮਾ ਰਹੇ ਸੀਗੇ। ਤੇ ਉਸ ਟਾਈਮ ਤੋਂ ਬਾਅਦ 1557 ਤੋਂ ਬਾਅਦ 1557 ਦੇ ਯੁੱਧ ਦੇ ਵਿੱਚ ਵੀ ਤਾਂ ਅੰਗਰੇਜ਼ ਹੀ ਸੀਗੇ ਭਾਰਤ ਦੇ ਵਿੱਚ। ਤੇ ਉਹ ਯੁੱਧ ਕਾਦੇ ਲਈ ਹੋ ਰਿਹਾ ਸੀ? ਅੰਗਰੇਜ਼ਾਂ ਨੂੰ ਭਜਾਉਣ ਦੇ ਲਈ। ਪਰ ਅੰਗਰੇਜ਼ਾਂ ਨੇ ਕੀ ਕੀਤਾ ਕਿ ਭਾਰਤ ਦੇ ਲੋਕਾਂ ਦੀ ਸੁਣਨੀ ਸ਼ੁਰੂ ਕਰਤੀ ਤੇ ਨਾਲ ਦੀ ਨਾਲ ਆਪਣੇ ਪੈਰ ਵੀ ਅਜ਼ਮਾ ਲਏ। ਫਿਰ ਅੰਗਰੇਜ਼ ਇੰਨੇ ਜ਼ਿਆਦਾ ਚਤੁਰ ਚੁਸਤ ਹੋ ਗਏ ਸੀ, ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਸੀਗੇ ਤੇ ਉਹ ਲੋਕਾਂ ਦੇ ਅਕੋਰਡਿੰਗ ਵਿੱਚ ਤਾਂ ਚੱਲ ਹੀ ਰਹੇ ਸੀ, ਨਾਲ ਦੀ ਨਾਲ ਕੀ ਸੀ ਉਹ ਖੇਡ ਰਹੇ ਸੀ। ਫਿਰ ਉਹਨਾਂ ਨੇ ਲਾਸਟ ਤੇ ਇਹ ਕਹਿ ਦਿੱਤਾ ਕਿ ਤੁਸੀਂ ਆਪਣਾ ਸੰਵਿਧਾਨ ਹੀ ਤਿਆਰ ਕਰ ਲਓ, ਅਸੀਂ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ। ਫਿਰ ਉਸ ਟਾਈਮ ਜਦੋਂ ਦੂਜਾ ਵਿਸ਼ਵ ਯੁੱਧ ਦੀ ਵਾਰੀ ਆਈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਲਾਈਮੇਟ ਐਂਟਲੀ, ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮੇਰੀ ਹੈਲਪ ਕਰ ਦਿਓ, ਭਾਰਤੀਆਂ ਨੂੰ ਕਿਹਾ ਸੀ, ਤੇ ਮੈਂ ਤੁਹਾਡੀ ਹੈਲਪ ਤੁਹਾਡਾ ਸੰਵਿਧਾਨ ਤਿਆਰ ਕਰਨ ਵਿੱਚ ਕਰਾਂਗਾ।
फिर जिमें ही भारतीय ने उन्हां दी हैल्प कीती, उन्हां दा साथ दिता, उन्हां दी सरकार बन गई इंग्लैंड दे विच ते जर्मनी दे विच, ते ओह भारत नूं सुतंत्र करन लई मन गए। उन्हां ने अपने 3 कैबिनेट मंत्री भेजे सीगे भारत दे विच 1946 दे विच। हुण देखो कैबिनेट मिशन कदों बनिया सी? 1946 दे विच। उन्हां दे कैबिनेट मंत्री आए सी, इस करके असीं कैबिनेट मिशन दा नाम दे दिंने आ, ठीक है। 1946 दे विच भेजे सी उन्हां ने भारत। उन्हां दा नाम सी क्रिप्स अलेक्जेंडर लॉरेंस। इन्हां ने कि इन्हां दे लीडर सीगे लॉरेंस। इन्हां ने साडे भारत नूं 3 काम दे दित्ते। पहला ये दिता कि तुसीं अंतरिम सरकार बना लो अते अगले 5 सालां तक साडे तो सिखो कि सरकार नूं किवें चलाउणा वा। फिर इन्हां ने कहा कि संविधान बना लो, जदों तक तुहाडा संविधान नहीं बन जाता असीं थोड़ी देख रेख करांगे, जिवें ही संविधान लागू हो जाएगा असीं इत्थों चले जावांगे, ठीक है। तां इस दे लई संविधान दे लई इनडायरैक्ट इलैक्शन करवाईयां गईयां। चुने गए लोगों को सेंट्रल हॉल दे विच रखिया गया। सेंट्रल हॉल दे विच बैठ के संविधान लिखिया गया। कैबिनेट मिशन के आधार पर संविधान सभा का गठन 1946 दे विच होया, ठीक है। तो हुण पहली इहदे विच सब तो पहला 13 कमेटियां बनाईयां गईयां। सब तो महत्वपूर्ण कमेटी सी ड्राफ्ट कमेटी, ठीक है, जिन्होंने खरड़ा कमेटी भी बोल दिंदे आ। इस दे प्रधान सीगे डॉक्टर भीम राव अंबेडकर। हुण तुहानूं MCQ ये भी पूछा जा सकता है कि उसके टोटल किन्ने मैंबर सीगे, यानी कि ड्राफ्ट जिहड़ी ड्राफ्ट कमेटी आ महत्वपूर्ण है ना, तो इसके टोटल 7 मैंबर सी डॉक्टर भीम राव अंबेडकर दे समेत। तो बाकी दे 6 किहड़े आ? N गोपाल स्वामी, ठीक है, N माधव राव, डॉक्टर DP खेतान ते मुहम्मद सदुल्ला, एक है KM मुंशी ते एक सीगे अलाई कृष्णा स्वामी अय्यर, ठीक है। ये सीगे मैंबर। ते संविधान सभा की फिर पहली बैठक हुई 9 दिसंबर 1946 नूं संसद भवन दे विच। इस दे अस्थाई चेयरमैन बने सी डॉक्टर सच्चिदानंद सिन्हा, ठीक है। उस समय भारत की संविधान के जिहड़े मैंबर सीगे वो सीगे 399 मैंबर, ठीक है। 1946 दे विच किन्ने मैंबर सी? 399 मैंबर। फिर देखो जिमें ही पाकिस्तान और बंगलादेश अलग किया गया 1947 दे विच वंड हो गई सी ना, उस समय जो पाकिस्तान दे ते बंगलादेश दे मैंबर से अपने देशों नूं चले गए। ते उस तो बाद इहदे टोटल मैंबर रह गए सी, किन्ने मैंबर रह गए सी? 299। ते जदों संविधान वंड दे कारण किन्ने मैंबर रह गए? 299। जदों संविधान ते दस्तखत करन दी वारी आई, इन्हां दे विचों अद्धियां दी डेथ हो गई सी, क्योंकि तुहानूं पता संविधान नूं तैयार करन दे विच लगभग 3 साल जानी कि 2 साल 11 महीने 18 दिन लगे सी। ते इस दे विचों जदों साइन करन दी बारी आई अद्धियां दी डेथ हो गई, ते रह गए सी लास्ट ते 284, जिन्हां दे विचों 15 महिलावां सी, ठीक है। हुण संविधान किन्ने लोकां दे साइन आ? 284 दे आ, जिन्हां दे विचों 15 महिलावां वा, ठीक है। ये मैं तुहानूं पहली बैठक दसी सी 9 दिसंबर 1946 नूं, दूजी कदों हुई 11 दिसंबर 1946 नूं, ठीक है। तीजी कदों हुई 13 दिसंबर 1946 नूं। जदों 13 दिसंबर 1946 नूं तीजी बैठक होई सी, उस समय भारत दे पहले प्रधानमंत्री, जानी कि उस समय तो नहीं सी, बाद च बने सी ना ये, पर जो 13 दिसंबर 1946 नूं ये बैठक हुई सी तां पंडित जवाहर लाल नेहरू ने उदेश मता पास करके संविधान दा नींह पत्थर रख दिता सी, ठीक है। तो इस दे संविधानिक सलाहकार बनाए गए सी BN राव। BN राव ने ही दूजे देशों के संविधान का अध्ययन किया, जिथों जो संविधान चंगा लग्या वो अपने देश दे विच लैके आए, ठीक है। हुण आपां गल करदे आं संविधान फिर बन के कदों तैयार होया। संविधान बन के तैयार होया 26 नवंबर 1949 नूं, ठीक है, बन के तैयार हो गया, पर लागू कदों होया? 26 जनवरी 1950 नूं, ठीक है। तो ये हुण तुसीं याद रखना, लागू 1950 नूं कीता गया, क्योंकि साडे भारत के प्रधानमंत्री पहले प्रधानमंत्री पंडित जवाहर लाल नेहरू जी ने 1930 दे विच ही कह दिता सी कि सानूं पूर्ण स्वराज की मंग कीती सी 1930 दे विच। ते इन्हां ने 1930 दे विच ही अपना झंडा लहराता सी कि अंग्रेज सानू आज़ादी देण चाहे ना देण, असीं तां 26 जनवरी 1930 नूं अपना तिरंगा लहरा देना, ठीक है। इन्हां ने पर की कहा सी कि असीं 1930 दे विच, जानी कि इन्हां ने जिहड़ी ये घोषणा कीती सीगी, इन्हां ने कीती सीगी जी 1929 दे विच, दसंबर 1929 दे विच, क्योंकि इंडियन नैशनल कांग्रेस की मीटिंग हुई सी, उस दे प्रधान सी पंडित जवाहर लाल नेहरू। ते इन्हां ने कह दिता सी कि अंग्रेज सानू आज़ादी देण चाहे ना देण, असीं तां आखिरी संडे नूं जानी कि 26 जनवरी सी आखिरी संडे 1930 दे विच पहली बार झंडा लहरा देना, ठीक है।
ਤਾਂ ਉਸ ਟਾਈਮ ਕੀ ਹੋਇਆ, ਫਿਰ ਇਹਨੂੰ ਮਿਨੀ ਇੰਡੀਪੈਂਡੈਂਸ ਕਿਹਾ ਜਾਣ ਲੱਗਿਆ। ठीक है, जे ਅਸੀਂ ਉਸੇ ਦਿਨ ਨੂੰ ਸੰਵਿਧਾਨ ਲਾਗੂ ਕਰ ਦਿੰਦੇ, ਹੁਣ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੰਦੇ ਤਾਂ ਇਸ ਡੇ ਦੀ ਤਾਂ ਕੋਈ ਇੰਪੋਰਟੈਂਸ ਹੀ ਨਹੀਂ ਰਹਿ ਜਾਣੀ ਸੀ। ਠੀਕ ਹੈ, ਇਸ ਕਰਕੇ 2 ਮਹੀਨੇ ਵੇਟ ਕਰ ਲਈ ਗਈ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ। ਹੁਣ ਆਪਾਂ ਚੱਲਦੇ ਹਾਂ MCQ ਤੇ, ਜੋ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਆ। ਸਾਡਾ ਅੱਜ ਦਾ ਟੌਪਿਕ ਆ ਭਾਰਤੀ ਸੰਵਿਧਾਨ ਦਾ ਵਿਕਾਸ। ਕੱਲ ਅਸੀਂ ਕਰਾਂਗੇ ਪ੍ਰਸਤਾਵਨਾ। ਠੀਕ ਹੈ, ਅਸੀਂ ਸੰਵਿਧਾਨ ਦੇ ਇਕੱਲੇ ਟੌਪਿਕ ਕਵਰ ਕਰਾਂਗੇ। ਸੰਸ਼ੋਧਨ ਮੈਂ ਤੁਹਾਨੂੰ ਕੱਲ ਕਰਵਾ ਚੁੱਕੀ ਹਾਂ, ਜਿੰਨੇ ਵੀ ਸੰਸ਼ੋਧਨ ਹੋ ਚੁੱਕੇ ਆ ਸੰਵਿਧਾਨ ਦੇ ਵਿੱਚ। ਠੀਕ ਹੈ, ਭਾਰਤੀ ਸੰਵਿਧਾਨ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਭਾਰਤੀ ਸੰਵਿਧਾਨ ਦੇ ਜਿਹੜੇ ਪਿਤਾਮਾ ਉਹ ਕਿਹਨਾਂ ਨੂੰ ਕਿਹਾ ਜਾਂਦਾ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਡਰਾਫਟ ਕਮੇਟੀ ਸਭ ਤੋਂ ਮਹੱਤਵਪੂਰਨ ਸੀ। ਦੇਖੋ, ਹਰੇਕ ਇਨਸਾਨ ਨੂੰ ਆਪਣੀ ਜਗ੍ਹਾ ਕੋਈ ਨਾ ਕੋਈ ਬਣਾਉਣੀ ਪੈਂਦੀ ਹੈ। ਠੀਕ ਹੈ, ਕਈ ਇਨਸਾਨ ਆਉਂਦੇ ਆ ਦੁਨੀਆ ਤੇ, ਬਹੁਤ ਇਨਸਾਨ ਆਉਂਦੇ ਆ ਚਲੇ ਜਾਂਦੇ ਆ। ਠੀਕ ਹੈ, ਮਤਲਬ ਡੇ ਬਾਈ ਡੇ ਆ ਜਿਹੜੇ ਨਵੇਂ ਬੱਚੇ ਆਉਂਦੇ ਆ, ਫਿਰ ਉਸ ਤੋਂ ਬਾਅਦ ਆਪਣਾ ਕੋਈ ਨਾ ਕੋਈ ਮਹਾਨ ਕੰਮ ਕਰਕੇ ਚਲੇ ਜਾਂਦੇ ਆ। ਪਰ ਕਈਆਂ ਦੇ ਮਹਾਨ ਕੰਮ ਸਾਡੇ ਇਤਿਹਾਸ ਦੇ ਵਿੱਚ ਮਤਲਬ ਕਿ ਰਿਕਾਰਡ ਬਣਾ ਜਾਂਦੇ ਆ। ਜਿਵੇਂ ਹੁਣ ਆਪਾਂ ਗੱਲ ਕੀਤੀ ਸੀ ਕਿ ਡਰਾਫਟ ਕਮੇਟੀ ਮਹੱਤਵਪੂਰਨ ਸੀ, ਹੁਣ ਕਮੇਟੀਆਂ ਤਾਂ 13 ਬਣੀਆਂ ਸੀ, ਮਹੱਤਵਪੂਰਨ ਡਰਾਫਟ ਕਮੇਟੀ ਹੀ ਕਿਵੇਂ ਹੋ ਗਈ? ਇਹਨੇ ਵੀ ਤਾਂ ਆਪਣਾ ਸਥਾਨ ਬਣਾਇਆ। ਇਸ ਦੇ ਪ੍ਰਧਾਨ ਸੀਗੇ ਡਾਕਟਰ ਭੀਮ ਰਾਓ ਅੰਬੇਡਕਰ। ਇਹਨਾਂ ਨੇ ਬਾਕੀ ਕਮੇਟੀਆਂ ਦੀ ਵੀ ਦੇਖ ਰੇਖ ਕੀਤੀ ਤੇ ਉਹਨਾਂ ਦੇ ਵਿੱਚ ਵੀ ਦੱਸਿਆ ਉਹਨਾਂ ਨੂੰ ਕਿ ਕਿੱਥੇ ਕੀ ਗਲਤ ਆ ਤੇ ਕਿੱਥੇ ਕੀ ਸਹੀ ਕਰਨਾ ਵਾ, ਜਦੋਂ ਸੰਵਿਧਾਨ ਲਿਖ ਰਹੇ ਸੀ। ਇਸ ਕਰਕੇ ਇਹਨਾਂ ਨੂੰ ਭਾਰਤੀ ਸੰਵਿਧਾਨ ਦੇ ਪਿਤਾਮਾ ਕਿਹਾ ਜਾਂਦਾ, ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ऑप्शन इत्थे सी राइट आ। ठीक है, डॉक्टर भीम राव अंबेडकर। अगला प्रश्न, संविधान की पहली बैठक कदों हुई सी? हाँ जी, हुण एज अ टैसट मानते हुए तुसीं इसनूं अटैम्प्ट करो। मैं बहुत शॉर्ट दे विच तुहानूं दस दिता। ठीक है, किसी दिन डिस्कस करांगे असीं थ्योरी लैक्चर भी, पर अज बहुत शॉर्ट दे विच ते जल्दी दे विच दस्सिआ वा। संविधान सभा की पहली बैठक कदों बुलाई गई सी? तां इह बुलाई गई सी जी 9 दसंबर 1946 नूं पहली बैठक हुई सी, जिस दे अस्थाई रूप दे विच चेयरमैन बने सी डॉक्टर सचिदानंद सिन्हा। अगला प्रश्न, ड्राफ्ट कमेटी दे विच कुल किन्ने मैंबरां नूं शामिल किया गया सी? हाँ जी, एज अ टैसट मन के आंसर दो। मैं तुहानूं पहलां दस चुकी हां इस दे बारे। ड्राफ्ट कमेटी जिस दे चेयरमैन सी, जिस दे प्रधान सी डॉक्टर भीम राव अंबेडकर। ठीक है, इस दे विच टोटल 7 मैंबर सी ते 7 दे मैं तुहानूं नाम दस चुकी हां, डॉक्टर भीम राव समेत। ठीक है, डॉक्टर भीम राव अंबेडकर, दूसरे सीगे एन माधव राव। ठीक है, एक सी DP खैतान, एक मुहम्मद सदुल्ला अते KM मुंशी। ठीक है, N गोपाल स्वामी, अला कृष्णा स्वामी अय्यर। ये तुसी याद रखना, अलादी। अगला प्रश्न, संविधान की ड्राफ्ट कमेटी के सामने किस व्यक्ति द्वारा प्रस्तावना बारे विचार रखा गया सी? हाँ जी, संविधान की जिहड़ी ड्राफ्ट कमेटी सी उस दे सामने किस व्यक्ति द्वारा प्रस्तावना बारे विचार रखा गया सी? तो राइट आंसर है जी ऑप्शन नंबर सी, पंडित जवाहर लाल नेहरू जी द्वारा। अगला प्रश्न, विश्व का सब तो विस्तृत लिखती संविधान किस देश का है? हाँ जी, पूरी दुनिया दे विच सब तो लिखती लंबा संविधान, सब तो ज़्यादा लिखती लंबा संविधान किहड़े देश का है? तो वह है जी साडे देश भारत का। ऑप्शन नंबर सी इज़ अ राइट आंसर। अगला प्रश्न, संविधान सभा विच कुल किन्ने मैंबरां नूं शामिल किया गया सी? हाँ जी, संविधान सभा दे विच टोटल किन्ने मैंबर शामिल किए गए सी? हुण दसो तुसीं। जिहड़ी पहली मीटिंग हुई सी 9 दसंबर 1946 नूं, इस दे विच इह संसद भवन दे विच होई सी। ठीक है, तां इस दे विच किन्ने मैंबरां ने भाग लिया सी? इस तों पहलां इंडायरैक्ट वे नाल इलैक्शन भी होई सी, ਜਿਹੜੀ कि सैंट्रल हॉल ਦੇ ਵਿੱਚ ਬਿਠਾਇਆ ਗਿਆ ਸੀ ਫਿਰ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਲਿਖਣਾ ਸੀ। ठीक है, ਤਾਂ ਉਸ ਸਮੇਂ ਮੈਂਬਰ ਸੀਗੇ ਜੀ 399। ऑप्शन डी इज़ द राइट आंसर। अगला प्रश्न, संविधान सभा का पहला मुखी कौन सी? हाँ जी, हुण इत्थे ये नहीं लिखिया कि स्थाई आ जां अस्थाई आ। ठीक है, अस्थाई तो सीगे डॉक्टर सचिदानंद सिन्हा, पर असी हुण इत्थे तां उन्होंने पुछया ही नहीं। उन्होंने ये पुछया कि पहला मुखी कौन सी? स्थाई रूप दे विच तां पहले मुखी पक्के तौर पर, ठीक है, पक्के तौर पर तो पहले मुखी डॉक्टर राजिंदर प्रसाद बन गए सी ना, तो इत्थे असी डॉक्टर राजिंदर प्रसाद लिखावांगे। जे उन्होंने अस्थाई पूछया हुंदा फिर असी डॉक्टर सचिदानंद सिन्हा लवाना सी। ऑप्शन ए इज़ द राइट आंसर। अगला प्रश्न, भारतीय संविधान का सब तो महत्वपूर्ण स्रोत किहड़ा है? हाँ जी, भारतीय संविधान का जिहड़ा सब तो महत्वपूर्ण सोर्स आ वो की आ?
देखो जो भारतीय संविधान अपना लिखना तैयार हो लिखिया जा रहा सी तो उस समय जोड़ा साडा भारत है किहदे तहत चल रहा सी 1935 के अधिनियम के तहत चल रहा सी। ठीक है, तो भारतीय संविधान का जिहड़ा महत्वपूर्ण स्रोत आ वो 1935 ईस्वी का भारत सरकार एक्ट आ। ऑप्शन डी इज द राइट आंसर। अगला प्रश्न, संविधान के ड्राफ्ट के कुल किन्ने दिन बहस हुई। हाँ जी, जो संविधान का खरड़ा तैयार किया गया सी ना, बुक तैयार की गई सी संविधान की, उहदे तो कुल किन्ने दिन बहस चली सी। वेरी इंपॉर्टेंट। तो ये ते टोटल 114 दिन बहस चली सी। ऑप्शन डी इज द राइट आंसर। अगला प्रश्न, डॉक्टर भीमराव अंबेडकर की चोण किस राज विचों की गई। हाँ जी, डॉक्टर भीमराव अंबेडकर की जिहड़ी चोण आ वो पश्चिमी बंगाल दे विचों हुई सी। ऑप्शन ए इज द राइट आंसर। ऑप्शन ए, ठीक है, पश्चिमी बंगाल विचों डॉक्टर भीमराव अंबेडकर की चोण की गई। अगला प्रश्न, संविधानक सभा विच कुल किन्नियां महिलावां मैंबर सन। हाँ जी, मैं तुहानूं ऑलरेडी दस चुकी हाँ कि संविधान सभा दे विच टोटल किन्नियां महिलावां सीगियां मैंबर। तो ऑप्शन डी इज द राइट आंसर 15। अगला प्रश्न है जी, भारत की वंड पिछों संविधानक सभा का पुनर्गठन कदों किया गया। हाँ जी, भारत की वंड के मगरों संविधान सभा का पुनर्गठन होया। जिवें कि मैं तुहानूं दस्सिया 1946 दे विच जदों बैठकां होणीआं शुरू होईआं सी 399 मैंबर सी। फिर जिवें ही पाकिस्तान अते बंगलादेश की वंड हो गई तो 299 मैंबर रह गए सी। ठीक है, 299 मैंबर रह गए सीगे। ठीक है, ये वंड का कारण सी कि 299 मैंबर रह गए सी ते वंड दे मगरों जिहड़ा पुनर्गठन होया सी वो 9 दसंबर 1946 नूं होया सी। सॉरी, 1946 नूं तां पहली बैठक हुई सी, 1947 च वंड हुई है ना, तो राइट आंसर 9 दसंबर 1947 होवेगा। ऑप्शन बी इज द राइट आंसर। अगला प्रश्न, भारतीय संविधान विच कुल किन्नियां अनुसूचियां नूं शामिल किया गया। हाँ जी, भारतीय संविधान दे विच कुल किन्नियां अनुसूचियां नूं शामिल किया गया। हुण तुहानूं ये भी पता होना चाहिए, जदों भारतीय संविधान बन के तैयार होया सी इहदे 22 भाग सी। ठीक है, 395 ਇਹਦੇ ਵਿੱਚ अनुछेदां ਸੀਗੀਆਂ ਤੇ 8 ਇਹਦੇ ਵਿੱਚ अनुसूचियां सी। ਹੁਣ ਉਹਨੇ ਇਹ ਨਹੀਂ ਲਿਖਿਆ, डिपेंड कर रहा है ऑप्शन ਤੇ ਵੀ। ठीक है, ਤਾਂ वर्तमान समय की गल हो रही है, मतलब उन्हें विच मैंशन नहीं किया किते भी कि वर्तमान समय दे विच भारत दीयां किन्नियां अनुसूचियां हन, उन्हें डायरैक्ट देता। तो हुण आपां वर्तमान समय की गल कर लैंदे हां। वर्तमान समय दे विच भारतीय संविधान के जिहड़े भाग आ 25 आ। ठीक है, अनुछेदां ने 448 ते अनुसूचियां ने 12। हुण दो आंसर जल्दी नाल कमेंट बॉक्स च। भारतीय संविधान विच कुल किन्नियां अनुसूचियां नूं शामिल किया गया, डिपेंड अपॉन ऑप्शन, क्योंकि तुसीं देख सकते हो कि इस दे विच ना तो उन्हें सानूं मूल संविधान बारे बोलिया कि जदों संविधान बन के तैयार होया सी, ते दूसरी गल कि उहदे विच 8 दी कोई ऑप्शन भी नहीं। ठीक है, तो असीं 12 ऑप्शन लगावांगे क्योंकि वर्तमान समय दे विच 12 अनुसूचियां ने। अगला प्रश्न, हाँ जी, भारतीय संविधान की ड्राफ्ट कमेटी के मुखी कौन सन। हाँ जी, जिहड़ी ड्राफ्ट कमेटी बनाई गई सी इस दे मुखी कौन सन, तो मैं तुहानूं ऑलरेडी दस चुकी हाँ, डॉक्टर भीमराव अंबेडकर सी। ऑप्शन सॉरी डॉक्टर भीमराव अंबेडकर। ऑप्शन ए इज द राइट आंसर। अगला प्रश्न, झंडा कमेटी का मुखी कौन सी। हाँ जी, एक झंडा कमेटी भी सी। कमेटियां देखो 13 बनाईयां गईयां सी ना, तो उन्हां दे विचों एक झंडा कमेटी भी सी। झंडा कमेटी के चेयरमैन कौन सन, तो ये सन जी JB कृपलानी। ऑप्शन बी इज द राइट आंसर। ठीक है, अगला प्रश्न है जी असीं करते हैं, भारतीय संविधान के किहड़े भाग विच पंचायती राज एक्ट का प्रबंध किया गया सी। हाँ जी, भारतीय संविधान के किहड़े भाग विच पंचायती राज एक्ट का प्रबंध किया गया, भाग 9 दे विच। भाग 9 दे विच पंचायती राज एक्ट का प्रबंध किया गया। अगला प्रश्न, भारतीय संविधान के किस अनुच्छेद का संबंध जम्मू और कश्मीर के विशेष दर्जे नाल सी। हाँ जी, भारतीय संविधान के किस अनुच्छेद का संबंध जम्मू और कश्मीर के विशेष दर्जे नाल सी, तो अनुच्छेद 390 का संबंध। ऑप्शन सी इज द राइट आंसर। अगला प्रश्न है जी, निर्देशक सिद्धांतां का प्रमुख उद्देश्य देश विच किहो जिहा लोकतंत्र स्थापित करना सी। हाँ जी, जिहड़े निर्देशक सिद्धांत आ उन्हां दा प्रमुख उद्देश्य सीगा समाजिक अते आर्थिक लोकतंत्र स्थापित करना। ऑप्शन सी इज द राइट आंसर। अगला प्रश्न, संविधान सभा द्वारा भारत के संविधान नूं कदों अंगीकार किया गया।
अंगीकार का मतलब अपनाया गया। ठीक है, संविधान सभा द्वारा भारत के संविधान नूं कदों अपनाया गया, ये भी मैं तुहानूं ऑलरेडी दस चुकी हाँ। अपनाया कदों गया, जदों संविधान बन के तैयार होया सी उदों ही अपना लिया गया। बन के तैयार कदों होया सी? 26 नवंबर 1949 नूं। तो ऑप्शन नंबर ए इज़ द राइट आंसर। देखो इत्थे अंगीकार लिखा जानी कि अपनाया गया। ठीक है, पर जेकर तुहानूं पुछ लिया जाए कि लागू कदों किया गया, फिर तुसीं 26 नवंबर 1950 सॉरी फिर तुसीं 26 जनवरी 1950 लगाओगे। ठीक है, हुण 26 नवंबर 1949 नूं बन के जिहड़ा संविधान तैयार होया सी ते उस वेले ही अपना लिया गया सी। ठीक है, ऑप्शन ए इत्थे राइट आंसर है। अगला प्रश्न, केशवानंद दे मामले विच जज सिकरी दे ने हेठ लिखियां विचों किस नूं संविधान दा मूल तत्त मन्निया सी? हाँ जी, केशवानंद दे मामले दे विच जज सिकरी ने हेठ लिखियां दे विच किस नूं संविधान दा एक मूल तत्त मन्निया? तां इन्हां ने संविधान दी सर्वउच्चता नूं मूल तत्त मन्निया, संविधान दा धर्म निरपेख सरूप मन्निया, शक्तियां दी अलिहदगी नूं मन्निया, यानी कि उपरोक्त सारे। ऑप्शन डी इज़ द राइट आंसर। अगला प्रश्न है जी, हाँ जी, जज चंद्रचूड़ ने मिनरला मिलस दे मामले विच हेठ लिखियां विचों किस नूं संविधान दे मूल तत्त दी विच जोड़ दिता? वेरी इंपॉर्टेंट, इस तरह के एग्जाम दे विच अक्सर पूछ ले जाते हैं रिसेंटली जो साडे नाल रिलेटेड आ। जज चंद्रचूड़ ने मिनरवा मिलस दे मामले विच इन्हां दे विचों किस नूं संविधान दे मूल तत्तां दी सूची दे विच जोड़िया? न्यायिक कार्यशीलता शक्तियां नूं, संसद दीआं संशोधन शक्तियां नूं, मूल अधिकार अते निर्देशक सिद्धांतां विचकार संतुलन नूं, उपरोक्त सारे ही इस दा राइट आंसर है। ऑप्शन डी। अगला प्रश्न, भारत का संविधान भारत नूं किस रूप विच वर्णित करता है? हाँ जी, भारत का संविधान आ जिहड़ा वो भारत नूं राज संघ के रूप विच वर्णित करता है। ऑप्शन ए इज़ द राइट आंसर। अगला प्रश्न, संविधान के अनुच्छेद 1 विच भारत नूं की कहा गया है? हाँ जी, संविधान के अनुच्छेद 1 यानी कि आर्टिकल 1। हुण देखो आर्टिकल 1 भाग 1 किहदे नाल संबंधित आ? भाग 1 आ जिहड़ा किहदे नाल संबंधित आ, उहदे विच ही तां आर्टिकल 1 आउणगे ना। भाग 1 आ जिहड़ा वो किहदे नाल संबंधित आ? संघ अते उहनां दे खेत्रां नाल, जानी कि अनुच्छेद 1 ਤੋਂ 4 आ जिहड़े भाग 1 दे विच आउंदे आ। हुण 1 दी गल हो गई तां इहदे विच संघ अते उहनां दे खेत्र दी गल होई आ तां तुसीं देखो राज्यां दा संघ। ऑप्शन सी राइट आंसर है। जेकर तुहानूं इस तरह पता होवेगा ना तां तुसीं इन्हां नूं एक दूजे नाल लिंक करके याद रख सकदे हो। अगला प्रश्न, भारतीय संविधान दी न्यायिक समीक्षा विशेषतावां नूं किस देश दे संविधान तो ग्रहण किया गया है? हाँ जी, भारतीय संविधान दे विच जिहड़ी न्यायिक समीक्षा वा ਉਹਦੀ ਵਿਸ਼ੇਸ਼ਤਾ ਨੂੰ ਅਸੀਂ ਕਿਹੜੀ ਦੇਸ਼ ਤੋਂ ਲਿਆ ਵਾ? ਤਾਂ ਨਿਆਇਕ ਸਮੀਖਿਆ ਜਾਨੀ ਕਿ ਨਿਆਂ ਸੰਬੰਧੀ ਜਿਹੜੇ ਅਧਿਕਾਰ ਆ, ਨਿਆਂ ਬਾਰੇ ਜਾਣਕਾਰੀ ਆ, ਠੀਕ ਹੈ, ਉਹ ਅਸੀਂ ਕਿਹੜੇ ਦੇਸ਼ ਤੋਂ ਲਈ ਆ? ਤਾਂ ਉਹ ਅਸੀਂ ਲਈ ਆ ਜੀ ਅਮਰੀਕਾ ਤੋਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਅਮਰੀਕਾ। ਅਮਰੀਕਾ ਤੋਂ ਅਸੀਂ ਪ੍ਰਸਤਾਵਨਾ ਦੀ ਜਾਣਕਾਰੀ ਲਈ ਆ, ਠੀਕ ਹੈ, ਮੂਲ ਅਧਿਕਾਰ ਲਏ ਆ, ਸੁਪਰੀਮ ਕੋਰਟ ਲਿਆ ਵਾ, ਨਿਆਇਕ ਸਮੀਖਿਆ ਲਈ ਆ, ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਕੰਮ ਲਏ ਆ, उप राष्ट्रपति का अहुदा लिया, ठीक है, ये तुसीं याद रखना। अगला प्रश्न, संविधान सभा का गठन कैबिनेट मिशन की सिफारिश से कदों होया सी? हाँ जी, संविधान सभा का गठन कैबिनेट मिशन की सिफारिश से 16 मई 1946 नूं होया सी। ऑप्शन ए इज़ द राइट आंसर। कैबिनेट मिशन की गल कीती है ना, तो कैबिनेट मिशन का नाम भी तो कैबिनेट मंत्रियों तो ही दिता गया ना, जिहड़े आए सीगे साडे भारत नूं संभालण दे लई, ठीक है। अगला प्रश्न, दिल्ली कदों भारत की राजधानी बनी? देखो हुण डिपेंड करता ऑप्शन ते। 1911 दे विच तां घोषणा हुई सी, उहनूं ये लिखना चाहिए सी कि दिल्ली नूं भारत की राजधानी बनाउण दी घोषणा कदों हुई? 1911 च। फिर 1927 दे विच दिल्ली नूं नवीं दिल्ली का नाम दिता गया। फाइनली 13 फरवरी 1931 दे विच दिल्ली भारत की कैपीटल बनी सी। हुण 1931 दी तां ऑप्शन नहीं, तां फिर तुसीं पेपर दे विच भी 1931 ना लभो, तो इस करके मैं तुहाडी प्रैक्टिस कराउण दे लई एज इट इज़ ही ऐड कीता वा कि दिल्ली कदों भारत की राजधानी बनी। तो इत्थे तुसीं हुण देखो इन्हां चों किहड़ियां ऑप्शन आ, तो इन्हां चों जां तां 1911 जां 1931, तो ऑप्शन बी लगाऊंगी। जे अजे घोषणा कदों हुई फिर एग्जैक्ट 1911 लगाऊंगी, ठीक है। अगला प्रश्न, समुचा संविधान कदों लागू होया सी? हाँ जी, संविधान कदों लागू होया सी? तो यह संविधान आ जी जो लागू होया सी 26 जनवरी 1950 नूं, ठीक है। अगला प्रश्न,
ਭਾਰਤ ਕਿਹੜੇ ਸਨ ਵਿੱਚ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਬਣਿਆ? ਹਾਂਜੀ, ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਬਣਿਆ ਸੀ ਭਾਰਤ। ਕਿਹੜੇ ਸਨ ਦੇ ਵਿੱਚ ਬਣਿਆ? ਤਾਂ ਇਹ ਬਣਿਆ ਸੀ ਜੀ, ਜਲਦੀ ਨਾਲ ਆਨਸਰ ਦਿਓ ਕਮੈਂਟ ਬਾਕਸ ਦੇ ਵਿੱਚ, 1945 ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸੰਵਿਧਾਨਕ ਸੋਧ ਵਿੱਚ ਕਿਸ ਦਾ ਅਧਿਕਾਰ ਬਰਾਬਰ ਹੈ? ਹਾਂਜੀ, ਸੰਵਿਧਾਨਕ ਸੋਧ ਦੇ ਵਿੱਚ ਕਿਹਦੇ ਅਧਿਕਾਰ ਬਰਾਬਰ ਆ? ਸੰਵਿਧਾਨ ਨੂੰ ਸ਼ੋਧ ਕਰਨ ਦੇ ਵਿੱਚ, ਸੰਸ਼ੋਧਨ ਕਰਨ ਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਜਿਹੜੇ ਅਧਿਕਾਰ ਆ ਉਹ ਬਰਾਬਰ ਨੇ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਭਾਰਤ ਇੱਕ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਕਦੋਂ ਬਣਿਆ? ਜਾਣੀ ਕਿ ਭਾਰਤ ਆ ਜਿਹੜਾ ਉਹ ਪ੍ਰਭੂਸੱਤਾ ਸੰਪੰਨ ਦਾ ਮਤਲਬ ਕੀ ਹੈ ਕਿ ਪੂਰਨ ਲੋਕਤੰਤਰ ਗਣਰਾਜ ਕਦੋਂ ਬਣਿਆ? ਪੂਰੀ ਤਰ੍ਹਾਂ। ਤਾਂ ਪੂਰੀ ਤਰ੍ਹਾਂ ਕਦੋਂ ਬਣਿਆ? ਜਦੋਂ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋ ਗਿਆ ਸੀ। ਪਹਿਲਾਂ ਤਾਂ ਸਾਡੇ ਤੇ ਦੇਖੋ ਕਦੇ ਅੰਗਰੇਜ਼ਾਂ ਨੇ ਹਮਲਾ ਕਰਤਾ, ਕਦੇ ਮੁਗਲ ਆਪਣਾ ਰਾਜ ਮਤਲਬ ਕਿ ਆਪਣਾ ਰਾਜ ਵਿਕਸਿਤ ਕਰੀ ਬੈਠੇ ਸੀਗੇ। ਮਤਲਬ ਕੋਈ ਨਾ ਕੋਈ ਰਾਜਾ ਆਇਆ ਹੀ ਰਹਿੰਦਾ ਸੀਗਾ ਇੱਥੇ। ਕਦੇ ਕਿਹਨੇ ਹਮਲਾ ਕਰਤਾ, ਕੋਈ ਆਪਦਾ ਰਾਜ ਜਮਾ ਲੈਂਦਾ ਸੀ, ਕਦੇ ਕੋਈ। ਠੀਕ ਹੈ, ਉਹ ਫਿਰ ਸਾਡੇ ਤੇ ਆਪਣਾ ਰਾਜ ਚਲਾਉਂਦੇ ਸੀ। ਤਾਂ ਉਸ ਤੋਂ ਬਾਅਦ ਜਦੋਂ ਸੰਵਿਧਾਨ ਲਾਗੂ ਹੋ ਗਿਆ ਸੀ, ਇਹਦਾ ਮਤਲਬ ਸੀ ਕਿ ਹੁਣ ਜੋ ਇੰਡੀਆ ਵਾ ਇਹਦੇ ਸਾਰੇ ਨਾਗਰਿਕ ਸੰਵਿਧਾਨ ਦੇ ਅੰਡਰ ਹੋਣਗੇ। ਜਾਣੀ ਕਿ ਹੁਣ ਉਹਨਾਂ ਤੇ ਕੋਈ ਵੀ ਬਾਹਰੋਂ ਆ ਕੇ ਤੀਜਾ ਬੰਦਾ ਅਤਿਆਚਾਰ ਨਹੀਂ ਕਰ ਸਕਦਾ, ਆਪਦਾ ਹੱਕ ਨਹੀਂ ਅਜਮਾ ਸਕਦਾ। ਹੁਣ ਸਿਰਫ ਤੇ ਸਿਰਫ ਭਾਰਤ ਦਾ ਰਾਸ਼ਟਰਪਤੀ ਹੋਵੇਗਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਹੋਣਗੇ ਜਿਹੜੇ ਕਿ ਆਪਣੇ ਦੇਸ਼ ਨੂੰ ਚਲਾਉਣਗੇ, ਤੇ ਉਹ ਵੀ ਵੰਸ਼ਵਾਦੀ ਨਹੀਂ ਹੋਊਗਾ, ਆਉਂਦਾ ਲੋਕਾਂ ਦੁਆਰਾ ਚੁਣੇ ਜਾਣਗੇ ਉਹ। ਠੀਕ ਹੈ, ਤਾਂ ਸੰਵਿਧਾਨ ਆ ਜਿਹੜਾ ਬਣਿਆ, ਮਤਲਬ ਕਿ ਹੁਣ ਅਸੀਂ ਸੁਤੰਤਰ ਹੋ ਗਏ ਸੀ, ਇਹਦਾ ਮਤਲਬ ਇਹ ਬਣ ਗਿਆ ਸੀ। ਠੀਕ ਹੈ ਜੀ, ਇਹ ਹੁਣ ਤੁਸੀਂ ਯਾਦ ਰੱਖਿਓ। ਤਾਂ ਦੇਖੋ ਇਹਦਾ ਹੀ ਮੀਨਿੰਗ ਇਹ ਹੋ ਗਿਆ ਸੀਗਾ ਕਿ ਹੁਣ ਜਿਹੜਾ ਸਾਡਾ ਸੰਵਿਧਾਨ ਆ, ਸੰਵਿਧਾਨ ਦੇ ਅੰਡਰ ਹੀ ਪੂਰਾ ਦੇਸ਼ ਚੱਲੇਗਾ। ਠੀਕ ਹੈ, ਕੋਈ ਵੀ ਆ ਕੇ ਹਮਲਾ ਨਹੀਂ ਕਰ ਪਾਊਗਾ। ਜੋ ਵੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਾਏ ਗਏ ਉਹ ਸਾਰੇ ਨਾਗਰਿਕਾਂ ਦੇ ਲਈ ਸੇਮ ਹੋਣਗੇ। ਠੀਕ ਹੈ, ਜੇ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਜੁਰਮ ਕਰਦਾ, ਉਹਨੂੰ ਉਹਦੇ ਲਈ ਉੱਦਾਂ ਦੇ ਜ਼ੁਲਮ ਦੇ ਲਈ ਉਹਨੂੰ ਸਜ਼ਾ ਦਿੱਤੀ ਜਾਵੇਗੀ। ਠੀਕ ਹੈ, ਸਾਰਾ ਮਤਲਬ ਕਿ ਸੰਵਿਧਾਨ ਦੇ ਤਹਿਤ ਹੋਣਾ ਸ਼ੁਰੂ ਹੋ ਗਿਆ ਸੀਗਾ। ਤਾਂ ਹੁਣ ਦੇਖੋ ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਦਾ ਪਹਿਲਾ ਸਮਾਗਮ ਕਿੱਥੇ ਹੋਇਆ ਸੀ? ਹਾਂਜੀ, ਸੰਵਿਧਾਨ ਸਭਾ ਦਾ ਜਿਹੜਾ ਪਹਿਲਾ ਸਮਾਗਮ ਆ, ਮੈਂ ਤੁਹਾਨੂੰ ਦੱਸਿਆ ਪਹਿਲੀ ਮੀਟਿੰਗ, ਪਹਿਲਾ ਸਮਾਗਮ, ਠੀਕ ਹੈ, ਕਿੱਥੇ ਹੋਇਆ? ਨਵੀਂ ਦਿੱਲੀ ਦੇ ਵਿੱਚ। ਨਵੀਂ ਦਿੱਲੀ ਦੇ ਸੰਸਦ ਭਵਨ ਦੇ ਵਿੱਚ ਹੀ ਹੋਇਆ ਸੀ ਨਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਾਡੇ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਹੁਣ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ? ਹਾਂਜੀ, 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ ਸੰਵਿਧਾਨ ਦੀ 8ਵੀਂ ਅਨੁਸੂਚੀ 'ਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਦੀ ਪ੍ਰਧਾਨਗੀ ਕਿਸ ਦੁਆਰਾ ਕੀਤੀ ਗਈ ਸੀ? ਹਾਂਜੀ, ਸੰਵਿਧਾਨ ਸਭਾ ਦੀ ਜਿਹੜੀ ਪ੍ਰਧਾਨਗੀ ਆ ਉਹ ਕਿਸ ਦੁਆਰਾ ਕੀਤੀ ਗਈ ਸੀ? ਜਲਦੀ ਨਾਲ ਆਨਸਰ ਦਿਓ ਕਮੈਂਟ ਬਾਕਸ ਦੇ ਵਿੱਚ। ਹੁਣ ਇੱਥੇ ਇਹ ਨਹੀਂ ਲਿਖਿਆ ਪਹਿਲੀ ਮੀਟਿੰਗ ਜਾਂ ਦੂਜੀ ਮੀਟਿੰਗ। ਠੀਕ ਹੈ, ਜੇ ਪਹਿਲੀ ਲਿਖਿਆ ਹੁੰਦਾ ਤਾਂ ਡਾਕਟਰ ਸਚਿਦਾਨੰਦ ਸਿਨਹਾ ਲਗਾਉਣਾ ਸੀ, ਪਰ ਹੁਣ ਕੀ ਲਿਖਿਆ ਹੋਇਆ? ਸੰਵਿਧਾਨ ਸਭਾ ਦੀ ਪ੍ਰਧਾਨਗੀ, ਪੱਕੇ ਤੌਰ ਤੇ ਪ੍ਰਧਾਨਗੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਮਿਲ ਗਈ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਆਧੁਨਿਕ ਅਰਥਾਂ ਵਿੱਚ ਸੰਵਿਧਾਨ ਸ਼ਬਦ ਦਾ ਪ੍ਰਯੋਗ ਕਿਹੜੀ ਸਦੀ ਵਿੱਚ ਹੋਇਆ? ਹਾਂਜੀ, ਆਧੁਨਿਕ ਅਰਥਾਂ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਸੰਵਿਧਾਨ ਬਣਾ ਲਓ, ਅਸੀਂ ਇੱਥੋਂ ਚਲੇ ਜਾਵਾਂਗੇ, ਤਾਂ ਉਹਨਾਂ ਨੇ ਕਿਹੜੀ ਸਦੀ ਦੇ ਵਿੱਚ ਕਿਹਾ ਸੀ? 18ਵੀਂ ਸਦੀ। 18ਵੀਂ ਸਦੀ ਕਿਹੜੀ ਆ? 18ਵੀਂ ਸਦੀ ਆ 1700 ਤੋਂ ਲੈ ਕੇ 1800 ਤੱਕ, ਇਹਨੂੰ ਅਸੀਂ 18ਵੀਂ ਸਦੀ ਬੋਲਦੇ ਹਾਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਚੀਨ ਦਾ ਸੰਵਿਧਾਨ ਕਿਸ ਵਿਚਾਰਧਾਰਾ ਤੇ ਆਧਾਰਿਤ ਹੈ? ਹਾਂਜੀ, ਜਿਹੜਾ ਚੀਨ ਦਾ ਸੰਵਿਧਾਨ ਆ ਨਾ, ਇਹ ਕਿਹੜੀ ਵਿਚਾਰਧਾਰਾ ਤੇ ਆਧਾਰਿਤ ਆ? ਸਾਮਵਾਦੀ ਤੇ। ਆਪਸ਼ਨ ਡੀ ਸੀ ਇਜ਼ ਦਾ ਰਾਈਟ ਆਨਸਰ। ਤੇ ਸਾਡਾ ਭਾਰਤ ਵੀ ਸਾਮਵਾਦੀ ਵਿਚਾਰਧਾਰਾ ਤੇ ਹੀ ਆਧਾਰਿਤ ਆ। ਠੀਕ ਹੈ, ਪਰ ਚੀਨ ਤੋਂ ਅਸੀਂ ਕੁਝ ਵੀ ਨਹੀਂ ਲਿਆ, ਚੀਨ ਤੋਂ ਅਸੀਂ ਸੰਵਿਧਾਨ ਅਡਾਪਟ ਨਹੀਂ ਕੀਤਾ। ਅੱਗੇ ਭਾਰਤ ਦਾ ਸੰਵਿਧਾਨ ਕਿਸ ਤਰ੍ਹਾਂ ਦਾ ਹੈ? ਹਾਂਜੀ, ਭਾਰਤ ਦਾ ਸੰਵਿਧਾਨ ਆ ਜਿਹੜਾ ਉਹ ਕਿਸ ਤੇ ਆਧਾਰਿਤ ਆ? ਤਾਂ ਭਾਰਤ ਦਾ ਸੰਵਿਧਾਨ ਸਾਮਵਾਦੀ ਤੇ ਆਧਾਰਿਤ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਦਾ ਸਰੋਤ ਕੀ ਹੈ? ਹਾਂਜੀ, ਭਾਰਤੀ ਸੰਵਿਧਾਨ ਦਾ ਜਿਹੜਾ ਸਰੋਤ ਆ ਉਹ ਕੀ ਆ? ਮੇਨ ਸਾਧਨ ਕੀ ਆ? ਭਾਰਤੀ ਜਨਤਾ ਵਾ। ਠੀਕ ਹੈ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਬਣਾਉਣ ਵਾਲੀ ਸਭਾ ਦੀ ਸਥਾਪਨਾ ਕਿਸਨੇ ਕੀਤੀ ਸੀ? ਹਾਂਜੀ, ਭਾਰਤੀ ਸੰਵਿਧਾਨ ਬਣਾਉਣ ਵਾਲੀ ਸਭਾ ਦੀ ਜਿਹੜੀ ਸਥਾਪਨਾ ਵਾ ਇਹ ਕਿਹਨਾਂ ਨੇ ਕੀਤੀ ਸੀ? ਤਾਂ ਇਹ ਸਭਾ ਦੀ ਸਥਾਪਨਾ ਕੀਤੀ ਸੀ ਜੀ ਬਰਤਾਨਵੀ ਸੰਸਦ ਦੇ ਇੱਕ ਐਕਟ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ
कि क्रिप्स मिशन सॉरी क्रिप्स बोल दिता, इत्थे आना वा कैबिनेट मिशन। जिवें मैं तुहानूं दस्सिया कि कैबिनेट मंत्री आए सी 3, ठीक है, उन्हां दे देख रेख हेठा कैबिनेट मिशन बनाया गया सी 1946 च। तां ओहदी गल हो रही है इत्थे, बस थोड़ा घुमा फिरा के लिखता कि बरतानवी संसद दे एक एक्ट ने। ऑप्शन बी इज द राइट आंसर। अगला प्रश्न, संविधान का मुख उद्देश भारतीय जनता नूं हेठ लिखियां विचों किहड़ा अधिकार दिवाउणा है? हाँ जी, संविधान का जिहड़ा मुख उद्देश आ वो भारतीय जनता नूं इन्हां दे विचों न्याय ते सुतंत्रता का अधिकार, समानता का अधिकार ते भाईचारे का अधिकार दिवाउणा है। ऑप्शन डी इज द राइट आंसर। अगला प्रश्न, सुतंत्रता, समानता अते भाईचारा जिस नूं संविधान द्वारा भारत वासियों नूं प्रदान करन दा यतन किया गया, यह न्याय दे मुख टीचे हन। किहड़े न्याय दे मुख टीचे आ? समाजिक न्याय दे, आर्थिक दे ते राजनीतिक दे। उपरोक्त सारे ही इसका राइट आंसर है। अगला प्रश्न, हेठ लिखियां विचों किहड़ा भारतीय संविधान का स्रोत नहीं है? हाँ जी, इन्हां दे विचों भारतीय संविधान का स्रोत किहड़ा नहीं गा, पहला आपां रीड कर लैंदे आ। भारतीय संविधान का वाद विवाद ये तो है, ठीक है, यदा स्रोत आ कि उहदे ते वाद विवाद चले सी। फिर संविधानिक मैंबरां दी राय, संविधान मैंबरां दी राय भी हुंदी है, भी इहदा मेन स्रोत आ। बरतानवी संसद का वाद विवाद, इहदा कोई वाद विवाद नहीं होया सी, वो तो एक सहमति हुई सी, एक डील हुई सी। ऑप्शन सी इज द राइट आंसर, ठीक है। अगला प्रश्न, हेठ लिखियां विचों किस देश के संविधान तो भारतीय संविधान ने कुछ भी प्राप्त नहीं किया? हाँ जी, इन्हां दे विचों किहड़े-किहड़े देश आ जिन्हां तो भारतीय संविधान ने कुछ भी अडॉप्ट नहीं किया या भारतीय संविधान नहीं लिआंदा गया? भारतीय संविधान लियाउण दी जिम्मेवारी किहदी सी? किहने अध्ययन किया सी? संविधानक सलाहकार कौन सी भारतीय संविधान दे? BN राओ। ते उन्हां ने ही होरां देशां दे संविधान दा अध्ययन किया अते जो चंगा लग्गिया वो लैके आए। हाँ जी, इन्हां दे विचों जेकर असीं गल करिए ऑप्शन ए दी, बाकी ऑप्शन भी देखते हैं। अमरीका, अमरीका तो असीं बहुत कुछ लिया, प्रस्तावना, मूल अधिकार, सुप्रीम कोर्ट, न्यायिक समीक्षा, राष्ट्रपति दीयां शक्तियां ते काम, उप राष्ट्रपति दा आउंदा, ठीक है। उन्होंने देश तो कुछ भी नहीं लिया। तो देखते हैं अगे चीन। हाँ जी, चीन तो असीं नहीं लिया कुछ, ठीक है। कैनेडा की गल करिए तो ये तो असीं संघात्मक प्रणाली लई आ, संघी प्रणाली का संविधान, केंद्र सरकार के अधीन शक्तियां लईआं, ठीक है। ब्रिटेन की गल करिए, ब्रिटेन तो असीं संसदी शासन प्रणाली लई आ, कानून बनाउण दी प्रक्रिया लई आ, सिंगल नागरिकता यानी कि आपां इकहरी नागरिकता ब्रिटेन तो लई आ, अमेरिका च दोहरी नागरिकता। अगला प्रश्न, भारतीय सरकार की मंत्रिमंडल व्यवस्था किस देश की मंत्रिमंडल व्यवस्था ते आधारित है? हाँ जी, भारतीय सरकार की जिहड़ी मंत्रिमंडल व्यवस्था वा यह ब्रिटेन की मंत्रिमंडल व्यवस्था ते आधारित आ। ऑप्शन ए इज द राइट आंसर। ब्रिटेन तो असीं संसदी सरकार लई आ, 2 सदनात्मक शासन प्रणाली लई आ, ठीक है। ते मैं संसद के मैंबरां दे विशेष अधिकार असीं ब्रिटेन तो ही लई आ। अगला प्रश्न, हेठ लिखियां विचों किहड़ी विशेषता नूं ब्रिटेन के संविधान तो प्राप्त नहीं किया गया? हाँ जी, किहड़ी विशेषता जिन्हों ब्रिटेन के संविधान तो प्राप्त नहीं किया गया? तो मैं तुहानूं ऑलरेडी दस चुकी हाँ, संसदी सरकार, 2 सदनात्मक शासन प्रणाली, संसद के मैंबरां दे विशेष अधिकार, इकहरी नागरिकता, कानून बनाउण दी प्रक्रिया, संसदी शासन प्रणाली। ये सारा कुछ असीं ब्रिटेन तो लिया, बट असीं सर्वोच्च अदालत ब्रिटेन तो नहीं लई। ऑप्शन डी इज द राइट आंसर, असीं ये अमेरिका तो लई आ। अगला प्रश्न, संयुक्त राज्य अमेरिका के संविधान तो किहड़ी विशेषता प्राप्त नहीं की? हाँ जी, हुण असीं अमेरिका तो इन्हां दे विचों की नहीं लिया? अमेरिका का मैं तुहानूं 2 बार दस दिता इहदी क्लास दे विच कि असीं किहड़े-किहड़े लए आ। प्रस्तावना, मूल अधिकार, सुप्रीम कोर्ट, न्यायिक समीक्षा, राष्ट्रपति दीयां शक्तियां ते काम, उप राष्ट्रपति दा आउंदा, ये असीं अमेरिका तो लए आ, ठीक है। हाँ जी, अगला प्रश्न असीं करदे हां, कैनेडा के संविधान तो असीं की लिया? हाँ जी, कैनेडा के संविधान तो असीं संघी प्रणाली का संविधान यानी कि संघात्मक केंद्र सरकार के अधीन शक्तियां लईआं। तो ऑप्शन नंबर इत्थे बी राइट आंसर है, संघात्मक स्वरूप। जेकर असीं गल करिए मौलिक अधिकार दी, ये असीं अमेरिका तो लिया। राज दे नीति निर्देशक तत्त ये असीं आयरलैंड तो लिया। सर्वउच्च असीं अमेरिका तो लिया। अगला प्रश्न, आयरलैंड के संविधान तो असीं किहड़े विचार प्राप्त किए हैं? मैं तुहानूं ऑलरेडी दस चुकी हाँ कि आयरलैंड के आधार तो
ਜਾਂ ਆਇਰਲੈਂਡ ਦੇ ਸੰਵਿਧਾਨ ਤੋਂ ਅਸੀਂ ਰਾਜਾਂ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਤੇ ਰਾਜ ਸਭਾ ਦੀ ਜਾਣਕਾਰੀ ਲਈ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੈ ਤਾਂ ਲਚਕੀਲਾ, ਫਲੈਕਸੀਬਲ ਨਹੀਂਗਾ ਭਾਰਤੀ ਸੰਵਿਧਾਨ। ਦੇਖੋ ਆਪਸ਼ਨ ਡੀ ਸੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਲਿਖਤੀ ਤਾਂ ਹੈਗਾ ਹੀ ਹੈਗਾ, ਪ੍ਰਭੂ ਸੱਤਾ, ਸਮਾਜਵਾਦੀ, ਧਰਮ ਨਿਰਪੇਖ ਅਤੇ ਲੋਕਤੰਤਰੀ ਗਣਤੰਤਰ ਵੀ ਹੈਗਾ, ਸੰਘੀ ਸ਼ਾਸਨ ਦਾ ਸਰੂਪ ਵੀ ਹੈ, ਤਾਂ ਲਚਕੀਲਾ ਨਹੀਂਗਾ। ਅਗਲਾ ਪ੍ਰਸ਼ਨ, ਭਾਰਤ ਵਿੱਚ ਨਿਆਂਪਾਲਿਕਾ ਕਿਸ ਅਧੀਨ ਆਉਂਦੀ ਹੈ? ਹਾਂਜੀ, ਭਾਰਤ ਵਿੱਚ ਜਿਹੜੀ ਨਿਆਂਪਾਲਿਕਾ ਹੈ ਇਹ ਕਿਹਦੇ ਅਧੀਨ ਆਉਂਦੀ ਆ? ਨਿਆਂਪਾਲਿਕਾ ਸੁਤੰਤਰ ਆ, ਕਿਸੇ ਦੇ ਅਧੀਨ ਨਹੀਂ ਆਉਂਦੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੈ, ਕਿਹੜੀ ਨਹੀਂ ਗੀ? ਦੋਹਰੀ ਨਾਗਰਿਕਤਾ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਦੋਹਰੀ ਨਾਗਰਿਕਤਾ ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਨਾਗਰਿਕਤਾ ਜੋ ਅਸੀਂ ਬ੍ਰਿਟੇਨ ਤੋਂ ਅਡਾਪਟ ਕੀਤੀ ਆ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂਜੀ, ਕਥਨ ਪੜ੍ਹ ਲੈਂਦੇ ਆ। ਭਾਰਤੀ ਸੰਵਿਧਾਨ ਦਾ ਸਰੂਪ ਏਕਾਤਮਕ ਹੈ ਪਰੰਤੂ ਇਸ ਦੀ ਆਤਮਾ ਸੰਘਾਤਮਕ ਆ। ਨਹੀਂ ਜੀ, ਭਾਰਤੀ ਸੰਵਿਧਾਨ ਦੀ ਜਿਹੜੀ ਆਤਮਾ ਵਾ ਉਹ ਏਕਾਤਮਕ ਆ ਤੇ ਸਰੂਪ ਸੰਘਾਤਮਕ ਆ, ਤਾਂ ਰਾਈਟ ਆਨਸਰ ਇੱਥੇ ਆਪਸ਼ਨ ਬੀ ਬਣੇਗਾ। ਠੀਕ ਹੈ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਸੰਘੀ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਸੰਘੀ ਵਿਸ਼ੇਸ਼ਤਾ ਨਹੀਂ ਹੈ, ਉਹ ਕਿਹੜੀ ਵਿਸ਼ੇਸ਼ਤਾ ਹੈ ਇਹਦੇ ਵਿੱਚੋਂ? ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋ। ਜਿਹੜੀ ਭਾਰਤੀ ਸੰਵਿਧਾਨ ਦੀ ਸੰਘੀ ਵਿਸ਼ੇਸ਼ਤਾ ਨਹੀਂਗੀ, ਤਾਂ ਸੰਘੀ ਵਿਸ਼ੇਸ਼ਤਾ ਦਾ ਮਤਲਬ ਜਿਹੜੀ ਕਿਸੇ ਰਾਜਾਂ ਦੇ ਨਾਲ ਸੰਬੰਧਿਤ ਨਹੀਂਗੀ, ਤਾਂ ਇਹ ਹੈਗੀ ਆ ਜੀ ਆਪਸ਼ਨ ਬੀ ਇਕਹਿਰੀ ਨਾਗਰਿਕਤਾ। ਠੀਕ ਹੈ ਜੀ, ਇਹ ਕਿਸੇ ਸੰਘ ਦੇ ਨਾਲ ਸੰਘਾਤਮਕ ਦੇ ਨਾਲ ਰਿਲੇਟਡ ਨਹੀਂਗੀ। ਅਗਲਾ ਪ੍ਰਸ਼ਨ ਆ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਏਕਾਤਮਕ ਵਿਸ਼ੇਸ਼ਤਾ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਏਕਾਤਮਕ ਵਿਸ਼ੇਸ਼ਤਾ ਹੈ ਦੋ ਸਦਨੀ ਸੰਸਦ ਜਾਨੀ ਕਿ ਲੋਕ ਸਭਾ ਅਤੇ ਰਾਜ ਸਭਾ। ਇਹ ਭਾਰਤੀ ਸੰਵਿਧਾਨ ਦੀ ਏਕਾਤਮਕ ਵਿਸ਼ੇਸ਼ਤਾ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਏਕਾਤਮਕ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਪਹਿਲਾਂ ਅਸੀਂ ਹੇਠ ਲਿਖਿਆਂ ਦੀ ਗੱਲ ਹੋ ਰਹੀ ਸੀ, ਤੁਸੀਂ ਇਹ ਨਾ ਸੋਚਿਓ ਕਿ ਸੇਮ ਹੀ MCQ ਮੈਂ ਐਡ ਕੀਤੇ ਆ, ਨਹੀਂ। ਹਾਂ, ਕੁਐਸਚਨ ਜ਼ਰੂਰ ਸੇਮ ਆ ਪਰ ਆਪਸ਼ਨ ਨਹੀਂ ਗੀਆਂ ਸੇਮ, ਕਿ ਜੋ ਹੇਠਾਂ ਦਿੱਤੇ ਗਏ ਆ ਉਹਨਾਂ ਦੇ ਵਿੱਚੋਂ ਦੱਸੋ ਸੰਵਿਧਾਨ ਦੀ ਏਕਾਤਮਕ ਵਿਸ਼ੇਸ਼ਤਾ ਕਿਹੜੀ ਹੈਗੀ ਆ ਤੇ ਕਿਹੜੀ ਨਹੀਂ ਗੀ। ਹੁਣ ਤੁਸੀਂ ਦੱਸਣੀ ਆ ਕਿ ਕਿਹੜੀ ਨਹੀਂ ਗੀ। ਦੇਖੋ, ਭਾਰਤੀ ਸੰਵਿਧਾਨ ਅਰਧ ਕਠੋਰ ਸੰਵਿਧਾਨ ਨਹੀਂਗਾ, ਬਲਕਿ ਸਾਰਿਆਂ ਦੇ ਲਈ ਹੀ ਸੇਮ ਆ। ਇਹਦੇ ਵਿੱਚ ਸਭ ਕੁਝ ਸੇਮ ਆ, ਇਹ ਅੱਧਾ ਕਠੋਰ ਨਹੀਂ ਕਹਿ ਸਕਦੇ ਆਪਾਂ। ਬਾਕੀ ਸਭ ਕੁਝ ਹੈਗਾ ਵਾ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਨੇ ਕਿ ਕੇਂਦਰ ਸਰਕਾਰ ਦੀਆਂ ਵਧੇਰੇ ਸ਼ਕਤੀਆਂ ਤੇ ਰਾਜ ਸਭਾ ਵਿੱਚ ਅਸਮਾਨ ਪ੍ਰਤੀਨਿਧਤਾ, ਰਾਜਾਂ ਤੇ ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਹੁੰਦੀ ਆ। ਠੀਕ ਹੈ, ਹੁਣ ਦੇਖੋ ਜਿਹੜੀ ਏਕਾਤਮਕ ਵਿਸ਼ੇਸ਼ਤਾ ਵਾ ਇਹ ਭਾਰਤੀ ਸੰਵਿਧਾਨ ਦੀ ਜਿਹੜੀ ਵਿਸ਼ੇਸ਼ਤਾ ਵਾ ਆਪਾਂ ਕਹਿ ਸਕਦੇ ਆ। ਉਹਨਾਂ ਨੇ ਪੁੱਛਿਆ ਕਿ ਨਹੀਂ ਹੈ, ਤਾਂ ਨਹੀਂ ਹੈ ਚ ਆਪਸ਼ਨ ਏ ਰਾਈਟ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸਾਡੇ ਸੰਵਿਧਾਨ ਨੂੰ ਏਕਾਤਮਕ ਸਰੂਪ ਪ੍ਰਦਾਨ ਕਰਦੀ ਹੈ? ਹਾਂਜੀ, ਏਕਾਤਮਕ ਸਰੂਪ ਪ੍ਰਦਾਨ ਕਰਦੀ ਆ ਉਹ ਕਿਹੜੀ ਵਿਸ਼ੇਸ਼ਤਾ ਵਾ? ਜਿਹੜੀ ਏਕਾਤਮਕ ਸਰੂਪ ਪ੍ਰਦਾਨ ਕਰਦੀ ਉਹ ਹੈਗੀ ਆ ਜੀ ਐਮਰਜੈਂਸੀ ਜਾਨੀ ਕਿ ਆਪਾਤਕਾਲ, ਕੇਂਦਰੀ ਸ਼ਕਤੀ ਕੇਂਦਰੀ ਸੰਸਦ ਦੇ ਨਾਲ, ਤੇ ਰਾਜ ਸਰਕਾਰਾਂ ਨੂੰ ਹੁਕਮ ਦੇਣ ਦੀ ਕੇਂਦਰ ਸਰਕਾਰ ਦੀ ਸ਼ਕਤੀ। ਇਹ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ, ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ, ਹਾਂਜੀ, ਇਹ ਕਿਸ ਨੇ ਕਿਹਾ ਸੀ ਕਿ ਭਾਰਤ ਦਾ ਨਵਾਂ ਸੰਵਿਧਾਨ ਇੱਕ ਅਜਿਹੀ ਸਰਕਾਰ ਦੀ ਵਿਵਸਥਾ ਨੂੰ ਸਥਾਪਿਤ ਕਰੇਗਾ ਜੋ ਆਮ ਕਰਕੇ ਬਹੁਤ ਜ਼ਿਆਦਾ ਸੰਘੀ ਹੋਵੇਗੀ ਤੇ ਆਮ ਤੌਰ ਤੇ ਚਰਿੱਤਰ ਤੋਂ ਨਿਰਪੇਖਿਤ ਹੋਵੇਗੀ, ਇੱਕ ਏਕਾਤਮਕ ਰਾਜ ਜੋ ਸੰਘੀ ਵਿਸ਼ੇਸ਼ਤਾ ਤੋਂ ਮੁਕਤ ਹੋਵੇਗਾ, ਇੱਕ ਸੰਘੀ ਰਾਜ ਦੇ ਸਥਾਨ ਤੇ ਜੋ ਏਕਾਤਮਕ ਵਿਸ਼ੇਸ਼ਤਾਵਾਂ ਤੋਂ ਵੀ ਮੁਕਤ ਹੋਵੇਗਾ। ਤਾਂ ਇਹ ਕਿਹਾ ਸੀ ਡਾਕਟਰ KC ਹੇਅਰ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਨ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵਿੱਚ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਨਿਰਮਾਤਾ ਜਾਨੀ ਕਿ ਜਿਹੜੇ ਭਾਰਤੀ ਸੰਵਿਧਾਨ ਬਣਾ ਰਹੇ ਸੀ ਉਹ ਇਹਨਾਂ ਦੇ ਵਿੱਚੋਂ ਕੌਣ ਆ ਜਿਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ? ਤਾਂ ਇਹ ਕੀਤਾ ਜੀ ਪੂਰੇ ਦੇਸ਼ ਦੇ ਸਮਾਨ ਰੂਪ ਨਾਲ ਵਿਕਾਸ ਅਤੇ ਉન્નਤੀ।
पूरा देश ही साडा इन्ना भड़क उठिया सीगा, जानी कि आपां कह सकदे हां कि जिहड़ा 1857 दा विद्रोह सी वो ना तां सिखां ते मुगलां दा सीगा, ना तां हिंदुआं ते मुगलां दा सी, किसी जात पात का नहीं आपां कह सकते, ठीक है। वो सीगा पूरे दे पूरे भारतीयां दा, उन्हां नाल सीगा 1857 दे विच कि उन्हां दा इक्को मतलब बन गया सी कि अंग्रेजां नूं भारत तो बाहर करना, ठीक है। तो पूरा देश ही जो एकजुट हो गया सी, उन्हां तो तंग आके सारे इकट्ठे हो गए सी। तां इहदा मतलब की है कि भारतीय संविधान के निर्मातावां एक शक्तिशाली केंद्र की स्थापना लई प्रेरित किया सीगा। निर्मातावां मतलब जिहड़े भारतीय संविधान बना रहे सी उन्हां नूं एक शक्तिशाली केंद्र की स्थापना लई प्रेरित किया सी, पूरे देश के समान रूप नाल विकास अते उन्नति ने। ऑप्शन सी इज द राइट आंसर। अगला प्रश्न, हेठ लिखियां विचों किहड़ा कथन ठीक है? हाँ जी, इन्हां दे विचों किहड़ा कथन ठीक आ? तुसीं देखो छोटियां क्लासां दे विच इक्को एक लाइन लिखी हुंदी सी जदों असीं बुक खोलदे सी भारत पॉलिटी दे नाल रिलेटेड, ठीक है, नागरिक शास्त्र दे नाल रिलेटेड कि भारत एक धर्म निरपेख राज है। तो ऑप्शन ए दा राइट आंसर है। अगला प्रश्न, हेठ लिखियां विचों किहड़ा ठीक नहीं है? ਤਾਂ ਹਾਂਜੀ ਕਿਹੜਾ ਠੀਕ ਨਹੀਂ ਗਾ ਇਹਨਾਂ ਦੇ ਵਿੱਚੋਂ ਪਹਿਲਾਂ ਪੜ੍ਹ ਲੈਂਦੇ ਹਾਂ। ਸਾਡਾ ਸੰਵਿਧਾਨ ਭਾਰਤ ਦੇ ਕਿਸੇ ਵੀ ਨਾਗਰਿਕ ਦੇ ਨਾਲ ਰੋਜ਼ਗਾਰ ਦੇ ਮਾਮਲੇ ਵਿੱਚ ਲੋਕ ਸੇਵਾ ਅਤੇ ਦੂਜੇ ਲੋਕ ਦਫ਼ਤਰਾਂ ਵਿੱਚ ਧਰਮ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ ਕਰਦਾ। ਇਹ ਤਾਂ ਠੀਕ ਹੈ, ਠੀਕ ਹੈ। ਤੇ ਉਹਨਾਂ ਨੇ ਪੁੱਛਿਆ ਕਿਹੜਾ ਠੀਕ ਨਹੀਂ ਹੈ? ਸਾਡਾ ਸੰਵਿਧਾਨ ਸਿਖਲਾਈ ਸੰਸਥਾਵਾਂ ਨੂੰ ਧਾਰਮਿਕ ਨਿਰਦੇਸ਼ ਹੁਕਮ ਦੇਣ ਤੋਂ ਮਨਾ ਕਰਦਾ ਹੈ। ਇਹ ਗਲਤ ਹੈ, ਠੀਕ ਹੈ, ਇਹ ਠੀਕ ਨਹੀਂ ਗਾ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ, हाँ जी लाइन पूरी करनी है। ये बनेगा कि भारतीय संविधान राज के 3 तत्त कार्यपालिका, विधानपालिका ते न्यायपालिका का सुखदाई तालमेल है। ऑप्शन डी इज द राइट आंसर। अगला प्रश्न है जी, हेठ लिखियां विचों किहड़ा कथन ठीक नहीं है? हाँ जी, इन्हां दे विचों किहड़ा कथन ठीक नहीं गा? ਤਾਂ ਭਾਰਤੀ ਸੰਵਿਧਾਨ ਵਿੱਚ ਲੋਕਮਤ ਸੰਗ੍ਰਹਿ ਦਾ ਪ੍ਰਬੰਧ ਆ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਲੋਕਮਤ ਸੰਗ੍ਰਹਿ ਦਾ ਪ੍ਰਬੰਧ ਆ ਭਾਰਤੀ ਸੰਵਿਧਾਨ, ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਇਹਨਾਂ ਦੇ ਵਿੱਚੋਂ ਇਹੀ ਕਥਨ ਠੀਕ ਨਹੀਂ ਗਾ। ਭਾਰਤੀ ਸੰਵਿਧਾਨ ਵਿੱਚ ਸੋਧ ਲਈ ਇੱਕੋ ਜਿਹੀ ਪ੍ਰਕਿਰਿਆ ਨਹੀਂ ਹੈ। ਹਾਂਜੀ, ਸੋਧਾਂ ਦੇ ਲਈ ਇੱਕੋ ਇੱਕ ਪ੍ਰਕਿਰਿਆ ਨਹੀਂ ਗੀ। ਤੇ ਰਾਜ ਦੀ ਵਿਧਾਨ ਪਾਲਿਕਾ ਨੂੰ ਸੰਵਿਧਾਨ ਸ਼ੋਧ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਅਧਿਕਾਰ ਨਹੀਂ ਹੈ, ਵੀ ਬਿਲਕੁਲ ਠੀਕ ਹੈ। ਫਿਰ ਭਾਰਤੀ ਸੰਵਿਧਾਨ ਵਿੱਚ ਸ਼ੋਧ ਲਿਆਉਣ ਦੀ ਪ੍ਰਕਿਰਿਆ ਨੂੰ ਸੰਸਦ ਦੇ ਕਿਸੇ ਵੀ ਸਦਨ ਵਿੱਚ ਆਰੰਭ ਕੀਤਾ ਜਾ ਸਕਦਾ ਹੈ, ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੇ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਬੰਧ ਨੂੰ ਸਧਾਰਨ ਬਹੁਮਤ ਦੁਆਰਾ ਕੇਂਦਰੀ ਸਦਨ ਵਿੱਚ ਸੋਧਿਆ ਜਾ ਸਕਦਾ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ 3 ਤਰ੍ਹਾਂ ਸੰਸ਼ੋਧਨ ਹੋ ਸਕਦੇ ਆ। ਇੱਕ ਸਧਾਰਨ ਬਹੁਮਤ ਨਾਲ, ਇੱਕ ਵਿਸ਼ੇਸ਼ ਬਹੁਮਤ ਨਾਲ, ਇੱਕ ਰਾਜਾਂ ਦੇ ਵਿਸ਼ੇਸ਼ ਬਹੁਮਤ ਨਾਲ, ਠੀਕ ਹੈ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਪ੍ਰਬੰਧ ਹੈ ਜਿਸ ਨੂੰ ਸਧਾਰਨ ਬਹੁਮਤ ਦੁਆਰਾ ਕੇਂਦਰੀ ਸੰਸਦ ਵਿੱਚ ਸੋਧਿਆ ਜਾ ਸਕਦਾ ਹੈ? ਤਾਂ ਉਹ ਹੈ ਜੀ ਭਾਰਤੀ ਨਾਗਰਿਕਤਾ ਦੀਆਂ ਯੋਗਤਾਵਾਂ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਭਾਰਤੀ ਰਾਸ਼ਟਰਪਤੀ ਦੀ ਚੋਣ ਸੰਬੰਧੀ ਕਿਸ ਪ੍ਰਬੰਧ ਨੂੰ ਸੋਧੇ ਜਾਣ ਦੀ ਪ੍ਰਕਿਰਿਆ ਹੇਠ ਲਿਖੀਆਂ ਪ੍ਰਕਿਰਿਆਵਾਂ ਵਿੱਚੋਂ ਗਲਤ ਹੈ? ਸੰਵਿਧਾਨਕ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ। ਜਦੋਂ ਵੀ ਆਪਾਂ ਸੰਵਿਧਾਨ ਦੇ ਬਾਰੇ ਪੜ੍ਹਦੇ ਹਾਂ ਕਿ ਸੰਵਿਧਾਨ ਦੇ ਵਿੱਚ ਜਿਹੜਾ ਸੰਵਿਧਾਨ ਦੇ ਵਿੱਚ ਕੋਈ ਬਿੱਲ, ਧਨ ਬਿੱਲ ਹੈ ਜਾਂ ਨਹੀਂ, ਤਾਂ ਇਹ ਲੋਕ ਸਭਾ ਦਾ ਸਪੀਕਰ ਦੇਖਦਾ ਵਾ, ਠੀਕ ਹੈ। ਤਾਂ ਇਹਦੇ ਵਿੱਚ ਕੀ ਲਿਖਿਆ ਕਿ ਦੋਵੇਂ ਸਦਨਾਂ ਦੇ ਸੰਪੂਰਨ ਮੈਂਬਰਾਂ ਦਾ ਬਹੁਮਤ ਹੁੰਦਾ ਵਾ, ਤੇ ਇਹ ਗਲਤ ਆ। ਸਿਰਫ ਲੋਕ ਸਭਾ ਦੀ ਗੱਲ ਕਰ ਸਕਦੇ ਹਾਂ ਆਪਾਂ ਇਹਦੇ ਵਿੱਚ, ਠੀਕ ਹੈ। ਤਾਂ ਇਹ ਦੂਸਰਾ ਵੀ ਤੁਹਾਡੇ ਕੋਲ ਗਲਤ ਆ, ਦੋਵੇਂ ਸਦਨ ਆ ਗਿਆ, ਤਾਂ ਆਪਸ਼ਨ ਡੀ ਲਗਾਵਾਂਗੇ ਕਿ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ? ਹਾਂਜੀ, ਭਾਰਤੀ ਸੰਵਿਧਾਨ ਜਦੋਂ ਪਾਸ ਹੋਇਆ ਤਾਂ ਉਸ ਵਿੱਚ ਕਿੰਨੇ ਅਨੁਛੇਦ ਅਤੇ ਧਾਰਾਵਾਂ ਸਨ? ਹਾਂਜੀ, ਭਾਰਤੀ ਸੰਵਿਧਾਨ ਜਦੋਂ ਪਾਸ ਹੋਇਆ ਵਾ ਤਾਂ ਉਸ ਦੇ ਵਿੱਚ 395 ਅਨੁਛੇਦ ਤੇ 5 ਧਾਰਾਵਾਂ ਸਨ। ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਨੇ ਉਦੇਸ਼ ਪ੍ਰਸਤਾਵ ਕਦੋਂ ਸਵੀਕਾਰ ਕੀਤਾ ਸੀ? ਹਾਂਜੀ, ਸੰਵਿਧਾਨ ਸਭਾ ਨੇ ਉਦੇਸ਼ ਪ੍ਰਸਤਾਵ 22 ਜਨਵਰੀ 1947 ਦੇ ਵਿੱਚ ਪੇਸ਼ ਕੀਤਾ ਸੀ, ਠੀਕ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। 1947 ਆਉਣਾ, ਠੀਕ ਹੈ। ਉਦੇਸ਼ ਪ੍ਰਸਤਾਵ 1947 ਦੇ ਵਿੱਚ ਪਾਸ ਹੋਇਆ ਤਾਂ 22 ਜਨਵਰੀ 1947 ਆਪਸ਼ਨ ਬੀ ਆ। ਅਗਲਾ ਪ੍ਰਸ਼ਨ, ਇੰਦਰਾ ਗਾਂਧੀ ਬਨਾਮ ਰਾਜ ਨਾਰਾਇਣ ਦੇ ਮਾਮਲੇ ਵਿੱਚ ਜੱਜ ਚੰਦਰਚੂੜ ਨੇ ਹੇਠ ਲਿਖੇ ਕਿਸ ਤੱਤ ਨੂੰ ਸੰਵਿਧਾਨ ਦੇ ਮੂਲ ਢਾਂਚੇ ਦਾ ਮੂਲ ਤੱਤ ਪਾਇਆ ਸੀ? ਹਾਂਜੀ, ਇੰਦਰਾ ਗਾਂਧੀ ਬਨਾਮ ਰਾਜ ਨਾਰਾਇਣ ਦੇ ਮਾਮਲੇ ਵਿੱਚ ਜੱਜ ਚੰਦਰਚੂੜ ਨੇ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਤੱਤ ਨੂੰ ਮੂਲ ਢਾਂਚੇ ਦਾ
ਮੁੱਖ ਢਾਂਚੇ ਦਾ ਮੂਲ ਤੱਤ ਪਾਇਆ ਤਾਂ ਉਹਨਾਂ ਨੇ ਦਰਜੇ ਦੇ ਅਤੇ ਮੌਕੇ ਦੀ ਸਮਾਨਤਾ, ਕਾਨੂੰਨ ਅਤੇ ਸ਼ਾਸਨ, ਧਰਮ ਨਿਰਪੇਖਤਾ ਅਤੇ ਅੰਤਹੀਕਰਨ ਦੀ ਸੁਤੰਤਰਤਾ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦੀ ਸੰਵਿਧਾਨ ਨੂੰ ਸੰਵਿਧਾਨ ਸਭਾ ਇਸ ਯੋਜਨਾ ਦੁਆਰਾ ਗਠਿਤ ਕੀਤਾ ਗਿਆ। ਹਾਂਜੀ, ਭਾਰਤੀ ਸੰਵਿਧਾਨ ਸਭਾ ਨੂੰ ਕਿਹੜੀ ਯੋਜਨਾ ਦੁਆਰਾ ਗਠਿਤ ਕੀਤਾ ਗਿਆ ਸੀ? ਆਪਸ਼ਨ ਤੁਹਾਡੇ ਸਾਹਮਣੇ ਹੈ, ਜਲਦੀ ਨਾਲ ਆਨਸਰ ਦਿਓ ਕਮੈਂਟ ਬਾਕਸ 'ਚ। ਕੈਬਨਿਟ ਮਿਸ਼ਨ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਦੀ ਮੀਟਿੰਗ ਦਾ ਅਧਿਅਕਸ਼ ਕੌਣ ਸੀ? ਹਾਂਜੀ, ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ, ਤੁਹਾਨੂੰ ਮਿਹਨਤ ਦਿਖ ਰਹੀ ਆ, ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦਾ ਅਧਿਅਕਸ਼ ਕੌਣ ਸੀ, ਜਾਣੀ ਕਿ ਪ੍ਰਧਾਨ ਕੌਣ ਸੀ ਪਹਿਲੀ ਮੀਟਿੰਗ ਦਾ? ਡਾਕਟਰ ਸਚਿਦਾਨੰਦ ਸਿਨਹਾ। ਜਿਹੜੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀ, ਠੀਕ ਹੈ, ਉਸ ਦੇ ਕੌਣ ਸੀਗੇ ਪ੍ਰਧਾਨ? ਦੱਸੋ ਜਲਦੀ। ਤਾਂ ਉਸਦੇ ਪ੍ਰਧਾਨ ਸੀਗੇ ਪਹਿਲੀ ਮੀਟਿੰਗ ਦੇ ਡਾਕਟਰ ਸਚਿਦਾਨੰਦ ਸਿਨਹਾ। ਬਾਕੀ ਮੀਟਿੰਗਾਂ ਦੇ ਡਾਕਟਰ ਰਜਿੰਦਰ ਪ੍ਰਸਾਦ ਸੀ। ਅਗਲਾ ਪ੍ਰਸ਼ਨ, ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਨੂੰ ਕਦੋਂ ਅਪਣਾਇਆ? ਹਾਂਜੀ, ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਨੂੰ ਕਦੋਂ ਮਤਲਬ ਕਿ ਰਾਸ਼ਟਰੀ ਬਣਾਇਆ? ਗੀਤ ਤਾਂ ਪਹਿਲਾਂ ਹੀ ਸੀਗਾ ਨਾ, ਤਾਂ ਰਾਸ਼ਟਰੀ ਗੀਤ ਨੂੰ ਰਾਸ਼ਟਰੀ ਹੋਣ ਦਾ ਦਰਜਾ ਕਦੋਂ ਦਿੱਤਾ ਗਿਆ? ਤਾਂ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਤਿਰੰਗੇ ਨੂੰ ਅਪਣਾ ਲਿਆ ਗਿਆ ਸੀ, ਠੀਕ ਹੈ। ਤੇ ਰਾਸ਼ਟਰੀ ਝੰਡੇ ਦੇ ਰੂਪ ਦੇ ਵਿੱਚ ਤਾਂ ਤਿਰੰਗੇ ਨੂੰ ਅਪਣਾਇਆ ਗਿਆ। ਕਦੋਂ ਅਪਣਾਇਆ ਗਿਆ? ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਤਿਰੰਗੇ ਨੂੰ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਅਪਣਾਇਆ। ਤੇ ਰਾਸ਼ਟਰੀ ਗਾਨ ਆ ਜਨ ਗਣ ਮਨ, ਜਿਹੜਾ ਕਿ ਰਵਿੰਦਰਨਾਥ ਟੈਗੋਰ ਦੁਆਰਾ ਲਿਖਿਆ ਗਿਆ ਵਾ, ਠੀਕ ਹੈ, ਤੇ ਭਾਰਤ ਦੇ ਰਾਸ਼ਟਰੀ ਗਾਨ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ। ਪਰ ਆਪਾਂ ਗੱਲ ਕਰ ਰਹੇ ਹਾਂ ਗੀਤ ਦੀ। ਰਾਸ਼ਟਰੀ ਗੀਤ ਆ ਬੰਦੇ ਮਾਤਰਮ, ਠੀਕ ਹੈ, ਤੇ ਬੰਦੇ ਮਾਤਰਮ ਨੂੰ 24 ਜਨਵਰੀ 1950 ਦੇ ਵਿੱਚ ਰਾਸ਼ਟਰੀ ਗੀਤ ਅਪਣਾਇਆ ਗਿਆ ਤੇ ਉਸ ਤੋਂ ਇਲਾਵਾ 24 ਜਨਵਰੀ 1950 ਨੂੰ ਹੀ ਰਾਸ਼ਟਰੀ ਗਾਨ ਅਪਣਾਇਆ ਗਿਆ। ਇਹ ਤੁਸੀਂ ਯਾਦ ਰੱਖਣਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।